ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸਿਮਰਨ ਭਾਗ 12ਵਾਂ। ਪਰਮਾਰਥ ਵਿੱਚ ਜੀਵ ਦੀ ਸੁਰਤ ਦੇ 4 ਪੜਾਅ ਦੱਸੇ ਜਾਂਦੇ ਹਨ। ਹਾਂਜੀ, ਪਰਮਾਰਥ ਵਿੱਚ ਜੀਵ ਦੀ ਸੁਰਤ ਦੇ 4 ਪੜਾਅ ਦੱਸੇ ਜਾਂਦੇ ਹਨ। ਪਹਿਲਾ ਹੈ ਜਾਗਰਤ ਅਵਸਥਾ। ਅਸੀਂ ਸਾਰੇ ਜੀਵ ਜਦ ਜਾਗਦੇ ਹੁੰਦੇ ਹਾਂ ਤਾਂ ਸਾਡਾ ਮਨ ਬਾਹਰਮੁਖੀ ਮਾਇਕੀ ਰੁਝੇਵਿਆਂ ਵਿੱਚ ਗਲਤਾਨ ਰਹਿੰਦਾ ਹੈ। ਇਹ ਮਨ ਧੰਦੇ ਬਾਂਦਾ ਕਰਮ ਕਮਾਏ, ਮਾਇਆ ਮੂਠਾ ਸਦਾ ਬਿਲਾਏ। ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ, ਨਾਨਕ ਨਾਮ ਨ ਚੇਤਨੀ ਅਗਿਆਨੀ ਅੰਧਲੇ ਅਵਰੇ ਕਰਮ ਕਮਾਏ। ਇਸ ਅਵਸਥਾ ਵਿੱਚ ਸਾਡੇ ਮਨ ਨੂੰ ਹਉਮੈ ਅਥਵਾ ਮਾਇਆ ਦੇ ਦਾਇਰੇ ਤੋਂ ਬਾਹਰ ਹੋਰ ਕੁਝ ਸੁਝਦਾ ਹੀ ਨਹੀਂ। ਹਾਂਜੀ, ਜਾਗਰਤ ਅਵਸਥਾ। ਅਸੀਂ ਸਾਰੇ ਜੀਵ ਜਦ ਜਾਗਦੇ ਹੁੰਦੇ ਹਾਂ ਤਾਂ ਸਾਡਾ ਮਨ ਬਾਹਰਮੁਖੀ ਮਾਇਕੀ ਰੁਝੇਵਿਆਂ ਵਿੱਚ ਗਲਤਾਨ ਰਹਿੰਦਾ ਹੈ। ਇਸ ਅਵਸਥਾ ਵਿੱਚ ਸਾਡੇ ਮਨ ਨੂੰ ਹਉਮੈ ਅਥਵਾ ਮਾਇਆ ਦੇ ਦਾਇਰੇ ਤੋਂ ਬਾਹਰ ਹੋਰ ਕੁਝ ਸੁਝਦਾ ਹੀ ਨਹੀਂ। ਹਉਮੈ ਮਮਤਾ ਮੋਹਣੀ ਮਨਮੁਖਾਂ ਨੂੰ ਗਈ ਖਾਏ, ਜੋ ਮੋਹ ਦੂਜੇ ਚਿਤਲਾਏ ਦੇ ਤਿਨਾ ਵਿਆਪ ਰਹੀ ਲਪਟਾਏ। ਭੂਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲਗਤੈ ਤੈ ਆਪ ਬੰਦਾਇਓ। साधो ए जग परम पुलाना, राम नाम का सिमरन छोड़िया माया हाथ बिकाना। ऐसा तैं जग परम लाया, कैसे बूझे जब मोया है माया। हौमै विच जियो बंद है, नाम न वसै मन आए। मन माया में फद रहो, बिसरियो गोबिंद नाम। कौ नानक बिन हर भजन, जीवन कौने काम। दूजा पड़ाव है साड़ी सुरत दा सुपन अवस्था। जद सानू नींद आ जाती है ਤਾਂ ਸਾਡੇ ਜੀਵਨ ਦੇ ਪਿਛਲੇ ਕਰਮਾਂ ਦੀ ਫਿਲਮ ਸਾਡੇ ਮਨ ਉੱਤੇ ਉਗੜ ਆਉਂਦੀ ਹੈ। ਹਾਂਜੀ, ਸੁਪਨ ਅਵਸਥਾ। ਜਦ ਸਾਨੂੰ ਨੀਂਦ ਆ ਜਾਂਦੀ ਹੈ ਤਾਂ ਸਾਡੇ ਜੀਵਨ ਦੇ ਪਿਛਲੇ ਕਰਮਾਂ ਦੀ ਫਿਲਮ ਸਾਡੇ ਮਨ ਉੱਤੇ ਉਗੜ ਆਉਂਦੀ ਹੈ। ਸੋ ਸਾਰਾ ਸੰਸਾਰ ਇਹਨਾਂ ਦੋਹਾਂ ਮਾਨਸਿਕ ਅਵਸਥਾਵਾਂ ਯਾਨੀ ਜਾਗਰਤ ਅਤੇ ਸੁਪਨ ਵਿੱਚ ਹੀ ਪਰਵਿਰਤ ਅਤੇ ਗਲਤਾਨ ਹੈ। ਇਹ ਸਭ ਮਾਇਕੀ ਬਾਹਰਮੁਖੀ ਦੂਜੇ ਭਾਵ ਵਾਲਾ ਵਡਖੇਲ ਤਮਾਸ਼ਾ ਹੈ, ਜਿਸ ਵਿੱਚ ਹਉਮੈ ਦਾ ਹੀ ਬੋਲਬਾਲਾ ਤੇ ਵਰਤਾਰਾ ਹੈ। ਐਸੇ ਜੀਵਾਂ ਨੂੰ ਅੰਤਰਮੁਖੀ ਆਤਮਿਕ ਜੀਵਨ ਦੀ ਸੋਝ ਹੀ ਨਹੀਂ ਤੇ ਨਾ ਹੀ ਇਸ ਬਾਰੇ ਕੁਝ ਜਾਣਨ ਦੀ ਲੋੜ ਪਾਸਦੀ ਹੈ। ਹਾਂਜੀ, ਐਸੇ ਜੀਵਾਂ ਨੂੰ ਅੰਤਰਮੁਖੀ ਆਤਮਿਕ ਜੀਵਨ ਦੀ ਸੋਝੀ ਨਹੀਂ ਅਤੇ ਨਾ ਹੀ ਇਸ ਬਾਰੇ ਕੁਝ ਜਾਣਨ ਦੀ ਲੋੜ ਪਾਸਦੀ ਹੈ। ਕੋਈ ਵਿਰਲੇ ਭਾਗਾਂ ਵਾਲੇ ਗੁਰਮੁਖ ਜਨ ਹੀ ਅੰਤਰਮੁਖੀ ਹੋ ਕੇ ਆਤਮਿਕ ਮੰਡਲ ਦੀ ਪਿਰਮ ਖੇਲ ਖੇਲਦੇ ਹਨ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। कोट मदे को विरला सेवक, होर सगले व्यवहारी। कोटन में नानक को नारायण जहचीत। जग में उत्तम काढ़िए विरले केई के। गुर का शब्द को विरला बूझे, नानक बिरले पाइए जो न रचे परपंच। तीसरा है सशोपति अवस्था। ਇਹ ਫੁਰਨਾਹੀਣ ਸੁਰਤੀ ਦੀ ਸ਼ੂਨ ਅਵਸਥਾ ਹੈ। ਹਾਂਜੀ, ਸੁਰਤ ਦੀ ਪੜਾਅ ਦਾ ਤੀਸਰੀ ਕਿਹੜੀ ਹੈ? ਸੁਸ਼ੋਪਤੀ ਅਵਸਥਾ। ਇਹ ਫੁਰਨਾਹੀਣ ਸੁਰਤੀ ਦੀ ਸ਼ੂਨ ਅਵਸਥਾ ਹੈ। ਸਿਮਰਨ ਦੁਆਰਾ ਮਨ ਇਕਾਗਰ ਹੋਣ ਕਰਕੇ ਜਗਿਆਸੂ ਆਪਣੇ ਅੰਦਰ ਬੇਅੰਤ ਸ਼ਕਤੀਆਂ ਮਹਿਸੂਸ ਕਰਦਾ ਹੈ, ਜਿਨ੍ਹਾਂ ਨੂੰ ਉਹ ਕਈ ਤਰ੍ਹਾਂ ਨਾਲ ਵਰਤਦਾ ਹੈ, ਜਿਵੇਂ ਕਿ ਰਿਧੀਆਂ ਸਿੱਧੀਆਂ, करामाता, हिप्नोटिज्म, मैस्मेरिज्म, काला जादू, तांत्रिक जोग, वाक सिद्धि, अंतर्यामता आदि।
ਜਗਿਆਸੂ ਇਹਨਾਂ ਚਿਲਕਵੇਂ ਅਚੰਭਿਆਂ ਤੇ ਜਾਦੂ ਟੂਣੀਆਂ ਵਿੱਚ ਰਚ ਮਿਚ ਜਾਂਦਾ ਹੈ ਤੇ ਇਸੇ ਨੂੰ ਹੀ ਆਤਮਿਕ ਮੰਜ਼ਲ ਸਮਝ ਲੈਂਦਾ ਹੈ। ਆਮ ਤੌਰ ਤੇ ਜੋਗੀ ਲੋਕਾਂ ਦਾ ਪਰਮਾਰਥ ਇੱਥੋਂ ਤਾਈਂ ਸੀਮਤ ਹੁੰਦਾ ਹੈ। ਸੋ ਇਹਨਾਂ ਤਿੰਨਾਂ ਅਵਸਥਾਵਾਂ ਵਿੱਚ ਮਾਇਆ ਦੀ ਛਾਇਆ ਹੁੰਦੀ ਹੈ ਤੇ ਸੂਖਮ ਹਉਮੈ ਦੀ ਅੰਸ਼ ਹੁੰਦੀ ਹੈ। ਜਾਗਰਤ ਅਵਸਥਾ ਵਿੱਚ ਵੀ, ਸੁਪਨ ਅਵਸਥਾ ਤੇ ਸੁਸ਼ੋਪਤੀ ਦੀ ਅਵਸਥਾ ਜਿਸ ਵਿੱਚ ਕਰਾਮਾਤਾਂ, ਰਜੀਆਂ, ਸਿੱਧੀਆਂ, ਹਿਪਨੋਟਿਜ਼ਮ ਇਤਿਆਦਿਕ ਆ ਜਾਂਦੇ ਹਨ, ਇਹਨਾਂ ਤਿੰਨਾਂ ਅਵਸਥਾਵਾਂ ਵਿੱਚ ਮਾਇਆ ਦੀ ਛਾਇਆ ਹੁੰਦੀ ਹੈ ਤੇ ਸੂਖਮ ਹਉਮੈ ਦੀ ਅੰਸ਼ ਹੁੰਦੀ ਹੈ। ਅਸੀਂ ਜਨਮ ਜਨਮ ਤੋਂ ਬਾਹਰਮੁਖੀ ਮਾਇਕੀ ਸੰਸਾਰ ਵਿੱਚ ਵਿਚਰਦੇ ਆਏ ਹਾਂ। ਸਾਨੂੰ ਅਗਿਆਨਤਾ ਵਿੱਚ ਸੋਝੀ ਹੀ ਨਹੀਂ ਆਉਂਦੀ ਕਿ ਬਾਹਰਮੁਖੀ ਮਾਇਕੀ ਜੀਵਨ ਤੋਂ ਬਿਨਾਂ ਕੋਈ ਉਚੇਰਾ, ਚੰਗੇਰਾ, ਸੁਹਣੇਰਾ, ਸੁਖਦਾਈ, ਅੰਤਰਮੁਖੀ ਆਤਮ ਜੀਵਨ ਵੀ ਹੈ। ਸਾਡਾ ਮਨ ਬਾਹਰਮੁਖੀ ਮਾਇਕੀ ਮੰਡਲ ਵਿੱਚ ਹੀ ਬੇਪਰਵਾਹ ਹੋ ਕੇ ਦੁੜੰਗੇ ਲਾਵਣ ਗਿੱਜਿਆ ਹੋਇਆ ਹੈ। ਇਸ ਨੂੰ ਅੰਤਰਮੁਖੀ ਹੋਣਾ ਔਖਾ ਤੇ ਅਨਹੋਣਾ ਲੱਗਦਾ ਹੈ। ਸਾਡਾ ਮਨ ਮਾਇਕੀ ਮੰਡਲ ਵਿੱਚ ਹੀ ਬਾਹਰਮੁਖੀ ਹੋ ਕੇ ਬੇਪਰਵਾਹ ਹੋ ਕੇ ਦੁੜੰਗੇ ਲਾਵਣ ਲਈ ਗਿੱਜਿਆ ਹੋਇਆ ਹੈ। ਇਸ ਨੂੰ ਅੰਤਰਮੁਖੀ ਹੋਣਾ ਔਖਾ ਤੇ ਅਨਹੋਣਾ ਲੱਗਦਾ ਹੈ। ਆਖਣ ਔਖਾ ਸਾਚਾ ਨਾ, ਪਰ ਗੁਰਬਾਣੀ ਵਿੱਚ ਤਾਂ ਸਪਸ਼ਟ ਹੁਕਮ ਹੈ, ਬਾਹਰ ਜਾਤੋ ਠਾਕ ਰਹਾਵੇ, ਗੁਰਮੁਖ ਸਹਿਜ ਸਮਾਵੇ। ਸ਼ੇਖਾ ਚੌਚਕਿਆ ਚੌਵਾਇਆ ਇਹ ਮਨ ਇਕਤ ਕਰ ਆਣ, ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਮਨ ਮੇਰਿਆ ਅੰਤਰ ਤੇਰੇ ਨਿਦਾਨ ਹੈ, ਬਾਹਰ ਵਸਤ ਨਾ ਪਾਲ। ਜੋ ਭਾਵੈ ਸੋ ਪੁੰਚ ਤੂੰ ਗੁਰਮੁਖ ਨਦਰ ਨਿਹਾਲ। ਗੁਰਮੁਖ ਨਦਰ ਨਿਹਾਲ ਮਨ ਮੇਰੇ, ਅੰਤਰ ਨਾਮ ਅੰਤਰ ਹਰ ਨਾਮ ਸਖਾਈ। ਮਨਮੁਖ ਅੰਧਲੇ ਗਿਆਨ ਵਿਹੂਣੇ, ਦੂਜੇ ਪਾਏ ਖੁਆਈ। ਮਿਲਿਆ ਮਿਲਿਆ ਨਾ ਮਿਲੇ, ਮਿਲਿਆ ਮਿਲਿਆ ਜੋ ਹੋਏ। ਅੰਤਰ ਆਤਮੈ ਜੋ ਮਿਲੇ, ਮਿਲਿਆ ਕਈਐ ਸੋਏ। ਸੋ ਸਾਡੀ ਸੁਰਤ ਦਾ ਚੌਥਾ ਜਿਹੜਾ ਪੜਾਵ ਹੈ ਉਹ ਹੈ ਚੌਥਾ ਪਦ, ਜਿਸ ਨੂੰ ਆਤਮ ਮੰਡਲ, ਤੁਰਿਆ ਅਵਸਥਾ, ਬ੍ਰਹਮ ਮੰਡਲ, ਪਰਮ ਪਦ, ਨਿਜ ਘਰ, ਸਹਿਜ ਘਰ, ਅਨਭਉ ਨਗਰ, ਅਬਚਲ ਨਗਰ, ਬੇਗਮਪੁਰਾ ਜਾਂ ਸਚਖੰਡ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਇੱਥੇ ਨਾਮ ਦਾ ਪ੍ਰਗਾਸ਼ ਹੈ। ਚੌਥੇ ਪਦ ਵਿੱਚ ਇੱਥੇ ਨਾਮ ਦਾ ਪ੍ਰਗਾਸ਼ ਹੈ। ਨਾਮ ਦੀ ਰੁਣ ਚੁਣ ਹੈ, ਨਾਮ ਦੀ ਜੀਵਨ ਰੌਂ ਹੈ, ਨਾਮ ਦਾ ਮਹਾਰਸ ਹੈ, ਨਾਮ ਦਾ ਰੰਗ ਹੈ, ਨਾਮ ਦੀ ਮਸਤੀ ਹੈ, ਨਾਮ ਦਾ ਐਲਾਦ ਹੈ। ਇੱਥੇ ਅਨਹਦ ਧੁਨੀ ਵੱਜਦੀ ਹੈ, ਅਨਹਦ ਸ਼ਬਦ ਰਵਰਿਆ ਭਰਪੂਰ ਹੈ। ਇਸ ਅਵਸਥਾ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰੇ ਵਸਦੇ ਹਨ। ਹਾਂਜੀ, ਆਤਮ ਮੰਡਲ ਚੌਥਾ ਪਦ, ਇਸ ਅਵਸਥਾ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰੇ ਵਸਦੇ ਹਨ, ਜੋ ਪ੍ਰਭੂ ਦੀ ਪਾਵਨ ਹਜ਼ੂਰੀ ਵਿੱਚ ਪਿਰਮ ਪਿਆਲੇ ਦਾ ਰੰਗ ਰਸ ਪੁੰਝ ਕੇ ਅਲਮਸਤ ਮਤਵਾਰੇ ਹੋ ਜਾਂਦੇ ਹਨ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਿਆ, ਅਹਨਸ ਬਨੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਿਆ। ਇੱਥੇ ਸਤਿਗੁਰੂ ਆਪਣੇ ਰੰਗ ਰਤਣਿਆਂ ਗੁਰਮੁਖਾਂ ਨਾਲ ਪਿਆਰ ਕਰਦਾ ਹੈ। ਹਾਂਜੀ, ਇਸ ਅਵਸਥਾ ਵਿੱਚ ਚੌਥੇ ਪਦ ਵਿੱਚ ਸਤਿਗੁਰੂ ਆਪਣੇ ਰੰਗ ਰਤਣਿਆਂ ਗੁਰਮੁਖਾਂ ਨਾਲ ਪਿਆਰ ਕਰਦਾ ਹੈ, ਲਾਡ ਲਡਾਉਂਦਾ ਹੈ, ਖੇਲ ਖਿਲਾਉਂਦਾ ਹੈ, ਪ੍ਰਤਪਾਲਦਾ ਹੈ, ਨਿਤਸਾਰ ਸੰਭਾਲਦਾ ਹੈ, ਪਾਪ ਕੱਟਦਾ ਹੈ, ਕਲ ਕਲੇਸ਼ ਤੋਂ ਬਚਾਉਂਦਾ ਹੈ, ਜਮਾਂ ਤੋਂ ਰੱਖਿਆ ਕਰਦਾ ਹੈ, ਮੁਕਤੀ ਬਖਸ਼ਦਾ ਹੈ, ਪਿਰਮ ਪਿਆਲੇ ਪਿਲਾਉਂਦਾ ਹੈ, ਪ੍ਰੀਤ ਡੋਰੀ ਨਾਲ ਖਿੱਚਦਾ ਹੈ, ਸਿਮਰਨ ਕਰਾਉਂਦਾ ਹੈ, ਸਿਮਰਨ ਜੀਵਨ ਬਖਸ਼ਦਾ ਹੈ। ਖੇਲ ਖਿਲਾਏ ਲਾਡ ਲਡਾਵੇ, ਸਦਾ ਸਦਾ ਅੰਦਾਈ, ਪ੍ਰਤਪਾਲੇ ਬਾਰਕ ਕੀ ਨਿਆਈ, ਜੈਸੇ ਮਾਤ ਪਿਤਾਈ।
हर जी माता हर जी पिता हर जीओ प्रतिपालक, हर जी मेरी सार करे हम हर के बालक। सहजे सहज खिलाएंदा नहीं करदा आलक, अवगुण को न चितारदा गल सेती लायक। मुँह मंगा सोई देवदा हर पिता सुखदायक, ज्ञान रास नाम धन सौंपियन इस सौदे लायक। सांझी गुर नाल बहालिया सर्ब सुख पायक, मैं नालों कदे न विछड़े हर पिता सबना गलां लायक। ए आत्म मंडल निर्मल हूं अत निर्मलिया है। हां जी, ए आत्म मंडल निर्मल हूं अत निर्मलिया है। इथे माया दी छाया नहीं है, इथे हौमे दा अभाव है, हौमे भी नहीं है। इथे की है, इथे तां सदा खैर सदा सुख सदा खुशी प्रीत प्रेम रस चाव ते नाम वरत रिहा हुंदा है। असल विच इस सूखम आत्मक अवस्था नूं साडी अलग बुद्धि पकड़ ही नहीं सकदी, बयान ही नहीं कर सकदी, क्योंकि ये तो अनुभवी तत्त है जो अंतर आत्मे अनुभव द्वारा सतगुरु की कृपा नाल ही बुझिया सीजिया माणिया जा सकता है, जिसनों कोई विरला जगियासू ही बुझदा है। गुरमुख विरला कोई बूझे शब्दे रहा समाई, नाम रते सदा सुख होई गुरमुख विरला बूझे कोई। जिमें शराबी शराब पीण दा अभ्यास करके आप ही शराब दा स्वरूप बन जाता है, फिर वो शराब नूं आप नहीं याद करता, बल्कि उसका मन तन अंतशकरण अथवा उसका समुचा आपा शराब लई कूका मारदा है, ते उसदे हर एक ख्याल सोचनी करतब विच शराब दी रंगत सहज सुभाए प्रगट होंदी है। इसे तरह जद जगियासू गुरमंत्र दा मन चित नाल सिमरन करदा है, तां सहजे सहजे गुरमंत्र उसदे मन चित अंतशकरण में तस वस रस जांदा है, ते जगियासू सिमरन दा ही स्वरूप बन जांदा है। हां जी, जद जगियासू गुरमंत्र दा मन चित नाल सिमरन करदा है, तां सहजे सहजे गुरमंत्र उसदे मन चित अंतशकरण में तस वस रस जांदा है, ते जगियासू सिमरन दा ही स्वरूप बन जांदा है। सिमरन दी इस अवस्था नूं गुरबाणी विच इउं दर्शाया गया है, कबीर तू तू करता तू हुआ मुझ में रहा न हूं, जब आपा पर का मिट गया जद देखूं तद तू। सो बोतल विच पई शराब दा स्वरूप कोड़ा कुसैला रंग बिरंगा मिलगोबा घोल ही होंदा है, पर उसनूं पीण नाल जो सरूर आउंदा है वह विलक्षण होंदा है। सो निरा पुरा शराब दे अखरी नाम नाल या उसकी दिमागी जानकारी नाल या बारमुखी बोतलों की संगत या शराब के गुण अवगुणों के ज्ञान नाल सरूर नहीं आ सकता। ये सरूर शराब के अखरी ज्ञान तो बिल्कुल विलक्षण अते होरवें है, पर जद शराब पीती जावे तां ओही शराब किसे अकह सरूर विच बदल जाती है। शराब दी हस्ती नहीं रहिंदी, पर उसका असर अनोखे उमा उत्साह सरूर ते मस्ती दे रूप विच प्रवृत्त होके प्रगट होंदा है। ठीक इसे तरह सिमरन अभ्यास करदे करदे गुरमंत्र साडे तन मन बुद्धि अंतशकरण विच उतर जांदा है, ते किसे सुभागे समय आत्म कला दी छो नाल इलाही रस रंग प्रीत प्यार विच बदल जांदा है। जिवें शराबी शराब पींदा है, वो सोल्यूशन तो खत्म हो जाता, उसका बारला स्वरूप नहीं रहिंदा, पर उसके अंदर एक सरूर प्रगट होंदा है। इसे तरह सिमरन अभ्यास करदे करदे गुरमंत्र साडे तन मन बुद्धि अंतशकरण विच उतरदा जांदा है, ते किसे सुभागे समय ये आत्म कला द्वारा आत्म कला दी छो नाल ये इलाही रंग रस प्रीत प्यार विच बदल जांदा है। अखरां तो ये रंग रस प्रीत प्यार विच बदल जांदा है। इस तरह जगियासू दा सिमरन ध्यावना हो जांदा है। जदों अखरी गुरमंत्र दा जाप करदे हां सिमरन,
ਤੇ ਜਦੋਂ ਆਤਮ ਕਲਾ ਦੀ ਛੋਹ ਨਾਲ ਇਹ ਗੁਰਮੰਤਰ ਦੇ ਅੱਖਰ ਨਾਮ ਰੰਗ ਰਸ ਵਿੱਚ ਬਦਲ ਜਾਂਦੇ ਹਨ, ਇਸ ਹਾਲਤ ਵਿੱਚ ਜਗਿਆਸੂ ਦਾ ਸਿਮਰਨ ਧਿਆਵਣਾ ਹੋ ਜਾਂਦਾ ਹੈ ਅਤੇ ਉਸ ਦਾ ਜੀਵਨ ਰੂਪ ਹੀ ਬਣ ਜਾਂਦਾ ਹੈ। ਸੋ ਗੁਰਮੁਖ ਜਨ ਇਸ ਨਾਮ ਦੇ ਰੰਗ ਰਸ ਵਿੱਚ ਅਲਮਸਤ ਮਤਵਾਰਾ ਹੋ ਕੇ ਅਕਹਿ ਆਤਮਿਕ ਉਤਸ਼ਾਹ ਉਮਾ ਵਿੱਚ ਵਿਚਰਦਾ ਹੈ, ਜਿਸ ਨੂੰ ਗੁਰਮਤ ਵਿੱਚ ਚੜ੍ਹਦੀਆਂ ਕਲਾਂ ਕਿਹਾ ਜਾਂਦਾ ਹੈ। ਚੜ੍ਹਦੀਆਂ ਕਲਾਂ ਕਿਸ ਨੂੰ ਕਹਿੰਦੇ ਹਨ? ਜਦੋਂ ਗੁਰਮੰਤਰ ਰੰਗ ਰਸ ਵਿੱਚ ਬਦਲ ਜਾਏ ਤੇ ਗੁਰਮੁਖ ਜਨ ਜਦੋਂ ਇਸ ਨਾਮ ਰਸ ਰੰਗ ਦੇ ਵਿੱਚ ਅਲਮਸਤ ਮਤਵਾਰਾ ਹੋ ਕੇ ਅਕਹਿ ਆਤਮਿਕ ਉਤਸ਼ਾਹ ਉਮਾ ਵਿੱਚ ਵਿਚਰਦਾ ਹੈ, ਇਸ ਨੂੰ ਗੁਰਮਤ ਵਿੱਚ ਚੜ੍ਹਦੀਆਂ ਕਲਾਂ ਕਿਹਾ ਜਾਂਦਾ ਹੈ। ਮਾਇਰੀ ਪੇਖ ਰਹੀ ਬਿਸਮਾਦ, ਅਨਹ ਤੁਨੀ ਮੇਰਾ ਮਨ ਮੋਇਓ ਅਚਰਜਤਾਂ ਕੇ ਸਵਾਦ। ਦੇਖੋ ਅਚਰਜ ਪਿਆ ਜੈ ਠਾकुर को सुनत अगाध बोध सो हृदय गुरदया। याद रखण वाली जरूरी गल यह है कि शराब दा सरूर आरजी ते हानिकारक है, पर नाम दा सरूर अथवा खुमारी हमेशा चढ़ी रहती है। ये शराब दा जिहड़े असीं उदाहरण दित्ती है तो उदाहरण वजों वरतिया है, पर यह जरूरी गल है कि जिहड़ा शराब दा सरूर है एक तां आरजी है, दूसरा हानिकारक नुकसानदायक है, पर नाम दा सरूर अथवा खुमारी ये तां हमेशा चढ़ी रहती है। हर रस पीवत सद ही राता, आंद रसा खिन में ले जाता। हर रस के माते मन सदा आनंद, आंद रसा में व्यापै चिंत। असी गृहस्थी लोग हाँ ते साडे कोलों जोगियां वालियां समाधियां नहीं लग सकदियां। इसे ਲਈ सतगुरां ने सानू साध संगत अथवा सत्संगत दी सौखी साधना दसी है, जिसनों सहज योग ਜਾਂ सहज समाध किया गया है। फिर दोहरा दईए कि ਅਸੀਂ ਤਾਂ ਗ੍ਰਸਤੀ ਲੋਕ ਹਾਂ, ਸਾਡੇ ਕੋਲੋਂ ਜੋਗੀਆਂ ਵਾਲੀਆਂ ਸਮਾਧੀਆਂ ਨਹੀਂ ਲੱਗ ਸਕਦੀਆਂ। ਇਸੇ ਲਈ ਸਤਿਗੁਰਾਂ ਨੇ ਸਾਨੂੰ ਸਾਧ ਸੰਗਤ ਅਥਵਾ ਸਤਸੰਗਤ ਦੀ ਸੌਖੀ ਸਾਧਨਾ ਦਸੀ ਹੈ, ਜਿਸ ਨੂੰ ਸਹਿਜ ਯੋਗ ਜਾਂ ਸਹਿਜ ਸਮਾਧ ਕਿਹਾ ਗਿਆ ਹੈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮਤਰਾਸ ਮਿਟਾਈ। साध संगत कै आसरे प्रभ स्यों रंग लाए, अवगण काट मुख उजला हर नाम तराए। हर कीरत साध संगत है, सिर कर मन के कर्मा। कहो नानक तिस पयो प्रापत, जिस पुरब लिखे का लैना। कोट कर्म कर दे न सोदा, साध संगत में मन प्रबोधा। गुरमुख मार्ग तन है, साध संगत मिल संग चलाया। साध जना के संग भव जल तारियन, साध संग मिल हर गुण गाए। ए जन्म पदार्थ जीता रे। साध संग मिल हर गुण गाए, ए जन्म पदार्थ जीता रे। कर साध संगत सिमर माधो, होए पतत पुनीत। सो सिमरन करदियां होयां सतगुरु दी अपार बख्शिश द्वारा जग्यासू दे निर्मल हिरदे दियां किंगरियां उत्ते जद कदे आत्मक लिश्क पैंदी है अथवा नाम दी कला वरतदी है, तां जग्यासू इस अंतर आत्मे तजर्बे तो हैरान हो जांदा है अते शरीर विच कोई रुण चुण अथवा कंबड़ी जई महसूस होंदी है। दर्शन देखत ही सुध की न सुध रही, बुध की न बुध रही, मत में न मत है। देख चरित्र भई हों बिस्मन, गुर सतगुर पुरख मिलाई। लोयण देख रहे बिस्मादी, चित अदिष्ट लगाई। सो जे जग्यासू दे वड्डे भाग होण तां ਇਹ अंतर आत्मे तजर्बे यानी नाम दी कला जां रुण चुण छेती छेती होण लग पैंदी है। हाँ जी, फिर दोहरा दईए कि सिमरन करदियां होयां सतगुरु दी अपार बख्शिश द्वारा जद जग्यासू दे निर्मल हिरदे दियां किंगरियां उत्ते कदे आत्मक लिश्क पैंदी है तां नाम दी कला वरतदी है, तां जग्यासू इस अनोखे अंतर आत्मे तजर्बे तो हैरान हो जाता है, क्योंकि शरीर विच कोई रुण चुण या थरकंबड़ी महसूस होंदी है। पर जे जग्यासू दे वड्डे भाग होण
ਤਾਂ ਇਹ ਅੰਤਰ ਆਤਮੇ ਤਜਰਬੇ ਯਾਨੀ ਨਾਮ ਦੀ ਕਲਾ ਜਾਂ ਰੁਣ ਚੁਣ ਇਹ ਛੇਤੀ ਛੇਤੀ ਹੋਣ ਲੱਗ ਪੈਂਦੀ ਹੈ। ਐਸੀ ਹਾਲਤ ਵਿੱਚ ਜਗਿਆਸੂ ਨੂੰ ਸੋਝੀ ਹੋਣੀ ਚਾਹੀਦੀ ਹੈ ਕਿ ਇਹ ਆਤਮਕ ਕੌਤਕ ਸਤਿਗੁਰੂ ਦੀ ਅਪਾਰ ਬਖਸ਼ਿਸ਼ ਹੈ, ਜਿਸ ਨੂੰ ਅੰਤਰ ਆਤਮੇ ਮਾਨਣ ਤੇ ਜੀਵਰਨ ਦੀ ਲੋੜ ਹੈ। ਇਸ ਅਤ ਸੂਖਮ ਤੇ ਨਾਜ਼ੁਕ ਅਵਸਥਾ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਅਗਵਾਈ ਅਤੇ ਸਹਾਇਤਾ ਦੀ ਅਤ ਲੋੜ ਹੁੰਦੀ ਹੈ। ਜਦੋਂ ਇਹ ਤਜਰਬਾ ਛੇਤੀ ਛੇਤੀ ਹੋਣ ਲੱਗ ਪਏ, ਰੁਣ ਚੁਣ ਮਹਿਸੂਸ ਹੋਣ ਲੱਗ ਪਏ ਬਾਰ-ਬਾਰ, ਤਾਂ ਜਗਿਆਸੂ ਨੂੰ ਇਸ ਹਾਲਤ ਵਿੱਚ ਇਹ ਸੋਝੀ ਹੋਣੀ ਚਾਹੀਦੀ ਹੈ ਕਿ ਇਹ ਆਤਮਕ ਕੌਤਕ ਤਾਂ ਸਤਿਗੁਰੂ ਦੀ ਅਪਾਰ ਬਖਸ਼ਿਸ਼ ਹੈ, ਇਸ ਨੂੰ ਅੰਤਰ ਆਤਮੇ ਜੀਵਣਾ ਚਾਹੀਦਾ ਹੈ। ਸੋ ਇਸ ਅਤ ਸੂਖਮ ਆਤਮਕ ਅਵਸਥਾ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਅਗਵਾਈ ਅਤੇ ਸਹਾਇਤਾ ਦੀ ਅਤ ਲੋੜ ਹੈ, ਬਹੁਤ ਲੋੜ ਹੈ। ਪਰ ਦੇਖਿਆ ਗਿਆ ਹੈ ਕਿ ਸੰਗਤ ਵਿੱਚ ਕਈ ਸੱਜਣ ਦਿਖਾਵੇ ਖਾਤਰ ਕਈ ਕਿਸਮ ਦੀਆਂ ਅਨਹੋਣੀਆਂ ਹਰਕਤ ਕਰਦੀਆਂ ਹਨ ਤਾਂ ਕਿ ਸੰਗਤ ਦਾ ਧਿਆਨ ਉਹਨਾਂ ਵੱਲ ਖਿੱਚਿਆ ਜਾਵੇ। ਇਸ ਤਰ੍ਹਾਂ ਉਹਨਾਂ ਦੀ ਆਤਮਿਕ ਤਰੱਕੀ ਰੁਕ ਜਾਂਦੀ ਹੈ ਤੇ ਸਮਾਂ ਪਾ ਕੇ ਉਹ ਢਹਿੰਦੀਆਂ ਕਲਾਂ ਵੱਲ ਰੁੜਨ ਲੱਗ ਜਾਂਦੇ ਹਨ। ਤੇ ਕਈ ਆਤਮਿਕ ਮਾਰਗ ਦੇ ਪਾਂਦੀ ਇਸ ਆਤਮ ਦੇਸ਼ ਦੀ ਅਮੋਲਕ ਅਜਰ ਵਸਤੂ ਨੂੰ ਮਾਇਕੀ ਗਰਜ਼ਾਂ ਦੀ ਪੂਰਤੀ ਤੇ ਵਾਹ-ਵਾਹ ਦੀ ਵਡਿਆਈ ਲਈ ਵਰਤ ਕੇ ਆਪਣੀ ਹਉਮੈ ਨੂੰ ਪੱਠੇ ਪਾਉਂਦੇ ਹਨ, ਜੋ ਕਿ ਇੱਕ ਆਤਮਿਕ ਪਾਪ ਹੈ। ਬਹੁਤ ਜ਼ਰੂਰੀ ਨੁਕਤਾ ਹੈ। ਕਈ ਸੱਜਣ ਦਿਖਾਵੇ ਮਾਤਰ ਇਸ ਆਤਮਿਕ ਜਿਹੜੇ ਤਜਰਬੇ ਨੂੰ ਜੀਵਦੇ ਨਹੀਂ, ਕਈ ਕਿਸਮ ਦੀਆਂ ਹਰਕਤਾਂ ਕਰਦੇ ਹਨ ਤਾਂ ਕਿ ਸੰਗਤਾਂ ਦਾ ਧਿਆਨ ਉਹਨਾਂ ਵੱਲ ਖਿੱਚਿਆ ਜਾਵੇ। ਸੋ ਐਸੇ ਜਗਿਆਸੂ ਦਾ ਨੁਕਸਾਨ ਕੀ ਹੁੰਦਾ ਹੈ ਕਿ ਉਹਨਾਂ ਦੀ ਆਤਮਿਕ ਤਰੱਕੀ ਰੁਕ ਜਾਂਦੀ ਹੈ ਤੇ ਉਹ ਫਿਰ ਢਹਿੰਦੀਆਂ ਕਲਾਂ ਵੱਲ ਰੋੜਨ ਲੱਗ ਜਾਂਦੇ ਹਨ। ਪਰ ਕਈ ਆਤਮਿਕ ਮਾਰਗ ਦੇ ਪਾਂਦੀ ਜਿਨ੍ਹਾਂ ਨੂੰ ਇਹ ਸਤਿਗੁਰ ਦੀ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੁੰਦੀ ਹੈ, ਉਹ ਇਸ ਅਜਰ ਵਸਤੂ ਨੂੰ ਮਾਇਕੀ ਗਰਜ਼ਾਂ ਦੀ ਪੂਰਤੀ ਜਾਂ ਆਪਣੀ ਵਾਹ-ਵਾਹ ਦੀ ਵਡਿਆਈ ਲਈ ਵਰਤਦੇ ਹਨ। ਇਸ ਤਰ੍ਹਾਂ ਆਪਣੀ ਹਉਮੈ ਨੂੰ ਪੱਠੇ ਪਾਉਂਦੇ ਹਨ, ਜੋ ਕਿ ਇਹ ਇੱਕ ਆਤਮਿਕ ਪਾਪ ਹੈ। ਹਾਂਜੀ, ਸਤਿਗੁਰੂ ਦੀ ਬਖਸ਼ਿਸ਼ ਤੋਂ ਬਾਅਦ ਵੀ ਆਤਮਿਕ ਪਾਪ ਹੋ ਸਕਦਾ ਹੈ। ਕਦੋਂ? ਜਦੋਂ ਇਸ ਅਜਰ ਵਸਤੂ ਨੂੰ ਅਸੀਂ ਆਪਣੀ ਮਾਇਕੀ ਗਰਜ਼ਾਂ ਦੀ ਪੂਰਤੀ ਜਾਂ ਵਾਹ-ਵਾਹ ਦੀ ਵਡਿਆਈ ਲਈ ਵਰਤ ਕੇ ਆਪਣੀ ਹਉਮੈ ਨੂੰ ਪੱਠੇ ਪਾਉਂਦੇ ਹਾਂ। ਪਰ ਦੂਜੇ ਪਾਸੇ ਜਿਉਂ-ਜਿਉਂ ਜਗਿਆਸੂ ਇਸ ਨਾਮ ਦੀ ਕਲਾ ਨੂੰ ਅੰਤਰ ਆਤਮੇ ਮਾਣਦਾ ਤੇ ਜੀਉਰਦਾ ਹੈ, ਤਿਉਂ-ਤਿਉਂ ਉਸ ਦਾ ਮਨ ਨਿਮਰਤਾ ਤੇ ਸ਼ੁਕਰਾਨੇ ਵਿੱਚ ਭਿੱਜਦਾ ਜਾਂਦਾ ਹੈ ਤੇ ਉਹ ਸਤਿਗੁਰੂ ਦੀਆਂ ਹੋਰ ਬਖਸ਼ਿਸ਼ਾਂ ਦਾ ਪਾਤਰ ਬਣਦਾ ਹੈ। ਉਸ ਤੋਂ ਉਚੇਰੀਆਂ ਦਾਤਾਂ ਹੋਰ ਪ੍ਰਾਪਤ ਹੁੰਦੀਆਂ ਹਨ। ਕਦੋਂ? ਜਦੋਂ ਇਸ ਨਾਮ ਦੀ ਕਲਾ ਨੂੰ ਜਗਿਆਸੂ ਅੰਤਰ ਆਤਮੇ ਮਾਣਦਾ ਤੇ ਜੀਉਰਦਾ ਹੈ। ਸੋ ਇਹ ਜੋਗੀਆਂ ਵਾਲਾ ਫੋਕਾ ਮਸ਼ੀਨੀ ਸਿਮਰਨ ਨਹੀਂ ਹੁੰਦਾ। ਇਹ ਤਾਂ ਪ੍ਰੇਮਾ ਭਗਤੀ ਤੋਂ ਉਪਜਿਆ ਸਿਮਰਨ ਜੀਵਨ ਹੈ ਤੇ ਸਤਿਗੁਰੂ ਦੇ ਦਰੋਂ ਘਰੋਂ ਇਹ ਆਤਮਿਕ ਦਾਤ ਹੈ, ਗੁਰਪ੍ਰਸਾਦ ਹੈ, ਨਦਰ ਕਰਮ ਹੈ, ਪ੍ਰੇਮ ਭਗਤ ਹੈ, ਪ੍ਰੇਮ ਖੇਲ ਹੈ, ਇਹ ਪ੍ਰੇਮ ਪਿਆਲਾ ਹੈ, ਪ੍ਰੇਮ ਪਦਾਰਥ ਹੈ, ਨਾਮ ਹੈ, ਨਾਮ ਦੀ ਕਲਾ ਹੈ, ਨਾਮ ਦਾ ਰਸ ਹੈ, ਨਾਮ ਦਾ ਰੰਗ ਹੈ। ਇਹ ਤਾਂ ਜੀਵਨ ਪਦਵੀ ਹੈ। ਸੋ ਜਦ ਕਦੀ ਸਾਧ ਸੰਗਤ ਵਿੱਚ ਸਿਮਰਨ ਦੁਆਰਾ ਜੀਵ ਇਲਾਹੀ ਪ੍ਰੇਮ ਡੋਰੀ ਦਾ ਤੁਣਕਾ ਮਹਿਸੂਸ ਕਰਦਾ ਹੈ ਤਾਂ ਜੀਵ ਦੇ ਅੰਤਰ ਆਤਮੇ ਆਪਣੀ ਇਲਾਹੀ ਮਾਂ ਅਕਾਲ ਪੁਰਖ ਦੀ ਯਾਦ ਤਾਂਗ ਖਿੱਚ ਪਿਆਰ ਉਪਜਦਾ ਹੈ ਤੇ ਉਹ ਇਲਾਹੀ ਮਾਂ ਦੀ ਗੋਦ ਦਾ ਨਿੱਘਾ ਪਿਆਰ ਰਸ ਤੇ ਸ਼ਾਂਤੀ ਮਾਣਦਾ ਹੈ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਫਿਰ ਗੁਰਮੰਤਰ ਪਿਆਰਾ ਤੇ ਰਸਦਾਇਕ ਲੱਗਦਾ ਹੈ। ਹਾਂਜੀ, ਜਦੋਂ ਸਾਧ ਸੰਗਤ ਵਿੱਚ ਅਸੀਂ ਸਿਮਰਨ ਕਰਦੇ ਹਾਂ, ਸਿਮਰਨ ਕਰਦਿਆਂ ਜਦੋਂ ਵੀ ਸਾਨੂੰ ਕੋਈ ਕਦੀ ਪ੍ਰੇਮ ਡੋਰੀ ਦਾ ਤੁਣਕਾ ਮਹਿਸੂਸ ਹੁੰਦਾ ਹੈ ਤਾਂ ਪਰਮਾਤਮਾ ਦੀ ਖਿੱਚ ਜਾਂ ਯਾਦ ਉਪਜਦੀ ਹੈ ਤੇ ਉਹ ਇਲਾਹੀ ਮਾਂ ਦੀ ਗੋਦ ਦਾ ਨਿੱਘਾ ਪਿਆਰ ਰਸ ਅਤੇ ਸ਼ਾਂਤੀ ਮਾਣਦਾ। ਉਸ ਹਾਲਤ ਵਿੱਚ ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਇਸ ਹਾਲਤ ਵਿੱਚ ਫਿਰ ਗੁਰਮੰਤਰ ਪਿਆਰਾ ਤੇ ਰਸਦਾਇਕ ਲੱਗਦਾ, ਫਿਰ ਆਪਣੇ ਆਪ ਜਪਿਆ ਜਾਂਦਾ ਹੈ। ਫਿਰ ਇਸ ਤਰ੍ਹਾਂ ਸਹਿਜੇ ਸਹਿਜੇ ਸਾਡੇ ਮਨ ਤਨ ਅੰਤਸ਼ਕਰਨ ਰੋਮ ਰੋਮ ਵਿੱਚ ਡੂੰਘਾ ਧਸ ਵਸ ਰਸ ਕੇ ਇਹ ਗੁਰਮੰਤਰ ਦ੍ਰਿੜ ਹੋ ਜਾਂਦਾ ਹੈ ਤੇ ਸਾਡਾ ਮਨ ਹੀ ਗੁਰਮੰਤਰ ਦਾ ਹੀ ਰੂਪ ਬਣ ਜਾਂਦਾ ਹੈ। ਇਸ ਉੱਚਮ ਉੱਚੀ
ਸੂਚਮ ਸੂਚੀ ਆਤਮਿਕ ਅਵਸਥਾ ਅਥਵਾ ਦ੍ਰਿੜ ਹੋਏ ਸਿਮਰਨ ਦੀ ਸਹਿਜ ਸਮਾਧ ਵਿੱਚ ਇਤਨਾ ਮਹਾਰਸ ਅਤੇ ਚਾਅ ਹੁੰਦਾ ਹੈ ਕਿ ਜੀਵ ਇਸ ਪਰਮ ਰਸ ਨੂੰ ਛੱਡ ਨਹੀਂ ਸਕਦਾ। तेरा जन राम रसायन माता, प्रेम रसा निजां को उपजी, छोड़ न कतहूं जाता। मूल आलंस्यों प्रीत बनी रहाओ, तोरी न टूटे छोरी न छूटे, ऐसी मादो खिंचतनी। बिसरत नाहे मन ते हरी, अब ए प्रीत महापरबल पई, आन बिखे जरी। ਇਹ ਕਿਹੋ ਜੀ ਹਾਲਤ ਹੁੰਦੀ ਹੈ ਜਿਵੇਂ ਸ਼ਰਾਬੀ ਨੂੰ ਵੇਲੇ ਸਿਰ ਸ਼ਰਾਬ ਨਾ ਮਿਲੇ ਤਾਂ ਟੋਟ ਵਿੱਚ ਉਸ ਦਾ ਬੁਰਾ ਹਾਲ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦ ਕਦੇ ਜੀਵ ਦਾ ਧਿਆਨ ਇਸ ਪਰਮ ਰਸ ਵਿੱਚੋਂ ਨਿਕਲਦਾ ਹੈ ਤਾਂ ਉਸ ਦੇ ਭਾਅ ਦਾ ਤਾਂ ਮਰਨ ਹੋ ਜਾਂਦਾ ਹੈ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ। ऐसी बिस्मादी रहस्यमयी आत्मक अवस्था विच जीव अपने अंतर आत्मे रुण चुण शब्द सुरत नाम रस अनहद तुनी प्रीत प्रेम रस चाओ माणदा होया सहज समाध विच लीन हो जाता है। फिर दोहरा दईए कि ऐसी बिस्मादी रहस्यमयी आत्मक अवस्था विच जीव अपने अंतरात्मे रुण चुण शब्द सुरत नाम रस अनहद तुनी प्रीत प्रेम रस चाव माणदा होया सहज समाध विच लीन हो जाता है। ऐसे बख्शे हुए जगियासू दी हालत नू गुरबाणी विच इउं दर्शाया गया है। साच नाम मेरा मन लागा, लोगन स्यों मेरा ठाठा बागा, बाहर सूत सगल स्यों मौला, अलिप्त रहो जैसे जल में कौला रहाओ, मुख की बात सगल स्यों करता, जी संग प्रभ अपना तरता। मुख की बात सगल स्यों करता, जी संग प्रभ अपना तरता। दीस आवत है बहुत पियाला, सगल चरण की ए मन राला, नानक जन गुरपूरा पाया, अंतर बाहर एक दिखाया। यह आत्म जीवन, ये सिमरन वाला जीवन है। ਇਹ ਤਾਂ ਪਿਆਰ ਵਾਲਾ ਜੀਵਨ ਹੈ, ਇਹ ਥਰਥਰਾਉਂਦਾ ਜੀਵਨ ਹੈ, ਇਹ ਲਰਜ਼ਰਾਉਂਦਾ ਜੀਵਨ ਹੈ, ਇਹ ਰਸ ਵਾਲਾ ਜੀਵਨ ਹੈ, ਇਹ ਰੰਗ ਵਾਲਾ ਜੀਵਨ ਹੈ, ਇਹ ਸ਼ਾਂਤੀ ਵਾਲਾ ਜੀਵਨ ਹੈ, ਇਹ ਰੁਣ ਚੁਣ ਵਾਲਾ ਜੀਵਨ ਹੈ, ਇਹ ਨਾਮ ਖੁਮਾਰੀ ਵਾਲਾ ਜੀਵਨ ਹੈ, ਇਹ ਬਿਸਮਾਦੀ ਜੀਵਨ ਹੈ, ਇਹ ਅਨਹਦ ਤੁਨੀ ਵਾਲਾ ਜੀਵਨ ਹੈ, ਇਹ ਸਹਿਜ ਸਮਾਧ ਹੈ, ਇਹ ਨਾਮ ਦੀ ਅਕਲ ਕਲਾ ਹੈ। ऐसे बिस्मादी जीवन नू अंतर आत्मे सतगुरु दी बख्शिश द्वारा ही अनुभव कीता ते माणिया जा सकता है। ये अनोखी आत्म मंडल अथवा शब्द सुरत दी खेल है। सतगुरु दी बख्शिश द्वारा प्रदान होंदी है, पर बख्शिश किसते होंदी है? ये अनोखी आत्म मंडल अथवा शब्द सुरत दी खेल है, जिसनू कोई विरला गुरमुखी बुझदा सीजदा अनुभव करदा कमाउंदा ते माणदा है। शब्द सुरत दी खेल पिरम खेल है, जिसनू कोई विरला गुरमुखी बुझदा सीजदा अनुभव करदा कमाउंदा है फिर माणदा है। ये शब्द सुरत दी आत्म खेल, ये साडी अलग बुद्धि दी समझ ज्ञान, साडी फिलासफी, साडियां कियास आराइयां, साडे अंदाजे तो परे अते विलक्षण है। ज्ञान न गलई ढूंढी है, ज्ञान न गली ढूंढी है, कथना करड़ा सार, कथनी कै परम न जाई, सब कथ कथ रही लोकाई। सो ए ऊचम ऊची सूचम सूची अवस्था साडे होर किसे शरीरक मानसिक जां दिमागी साधना या जोर नाल प्राप्त नहीं की जा सकती। जोर न सुरती ज्ञान विचार, दाते दात रखी हथ अपने, जिस पावे तिस देई। ए पिरम प्याला खसम का, जै पावे तैं दे। ए पिरम प्याला खसम का, जै पावे तैं दे। गुरबाणी विचार लेख नंबर 121 सिमरन भाग 12। गुरु रूपियारी साध संगत जी, ये गुरबाणी दे आधार ते डूंगियां सूखम जड़ियां लिखतां हन गुरमुख प्यारे बाऊ जी उन्होंने लिखिया हैं। सिमरन दे
ਵਿਸ਼ੇ ਤੇ ਆਪ ਜੀ ਨੇ 16 ਲੇਖ ਲਿਖੇ ਹਨ, ਜਿਸ ਵਿੱਚੋਂ ਸਿਰਫ 12ਵਾਂ ਭਾਗ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਸੀ। ਜਿਸ ਕਿਸੇ ਵੀਰ ਭੈਣ ਨੂੰ ਇਹਨਾਂ ਉੱਤਮ ਆਤਮਿਕ ਲੇਖਣੀਆਂ ਦੀ ਲੋੜ ਮਹਿਸੂਸ ਹੋਵੇ, ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।